ਵਰਲਡ ਪੰਜਾਬੀ 24 ਦੇਖ ਰਿਹਾ ਸਮੂਹ ਦਰਸ਼ਕਾਂ ਦਾ ਮੈਂ ਸੁਖਵਿੰਦਰ ਸਿੰਘ ਅਟਵਾਲ ਹਾਰਦਿਕ ਸਵਾਗਤ ਕਰਦਾ। ਅੱਜ ਤੁਹਾਡੀ ਮੁਲਾਕਾਤ ਇੱਕ ਐਸੀ ਖਾਸ ਸ਼ਖਸੀਅਤ ਦੇ ਨਾਲ ਕਰਾਵਾਂਗੇ ਜਿਨ੍ਹਾਂ ਦਾ ਧਰਮ ਦੇ ਖੇਤਰ ਵਿੱਚ ਬਹੁਤ ਹੀ ਵੱਡਾ ਯੋਗਦਾਨ ਹੋਣ ਦੇ ਨਾਲ ਵੱਡੀ ਜਾਣਕਾਰੀ ਰੱਖਦੇ ਨੇ ਔਰ ਆਪਾਂ ਉਹਨਾਂ ਤੋਂ ਕਾਫੀ ਸਾਰੀਆਂ ਗੱਲਾਂ ਨੇ ਜਿਹੜੀਆਂ ਅੱਜ ਜਾਣਾਂਗੇ, ਕਿਉਂਕਿ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾ ਰਹੇ ਹਾਂ। ਸੋ ਉਸ ਦੇ ਸੰਬੰਧ ਦੇ ਵਿੱਚ ਹੀ ਕਿ ਕਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੀਆਂ ਸਿੱਖਿਆਵਾਂ ਔਰ ਉਹਨਾਂ ਦਾ ਸਾਡੇ ਜੀਵਨ ਦੇ ਉੱਤੇ ਕੀ ਅਸਰ, ਕਿਸ ਤਰ੍ਹਾਂ ਸਾਨੂੰ ਜਿਹੜਾ ਹੈਗਾ ਆਪਣੇ ਜੀਵਨ ਦੇ ਵਿੱਚ ਢਾਲ ਕੇ ਇੱਕ ਵਧੀਆ ਜੀਵਨ ਜਿਉ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਸਵਾਗਤ ਕਰਦੇ ਹਾਂ ਸਾਡੇ ਨਾਲ ਨੇ ਡਾਕਟਰ ਹਰਪਾਲ ਸਿੰਘ ਪੰਨੂ ਜੀ। ਸੋ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ। ਸਾਰੇ ਸਰੋਤਿਆਂ ਨੂੰ ਮੇਰੀ ਸਤਿ ਸ੍ਰੀ ਅਕਾਲ ਜੀ। ਸੋ ਪ੍ਰੋਫੈਸਰ ਸਾਹਿਬ, ਆਪਾਂ ਜੇ ਗੱਲਬਾਤ ਕਰੀਏ ਤਾਂ ਸਭ ਤੋਂ ਪਹਿਲਾਂ ਤਾਂ ਸਾਡੇ ਦੇਖਣ ਵਾਲਿਆਂ ਨੂੰ ਆਪਣੇ ਜੀਵਨ ਬਾਰੇ ਅਤੇ ਜੋ ਹੁਣ ਤੱਕ ਦਾ ਜਿਹੜਾ ਤੁਹਾਡਾ ਰਿਹਾ ਸਿੱਖਿਆ ਦੇ ਖੇਤਰ ਦੇ ਵਿੱਚ ਕਿੱਥੋਂ ਤੁਸੀਂ ਰਿਟਾਇਰ ਹੋਏ, ਥੋੜ੍ਹਾ ਜਿਹਾ ਜਾਣਕਾਰੀ ਜ਼ਰੂਰ ਦਿਓ ਸਾਡੇ ਦਰਸ਼ਕਾਂ ਨੂੰ। ਪਿਆਰੇ ਦਰਸ਼ਕੋ, ਮੇਰਾ ਬੈਕਗਰਾਊਂਡ ਬਹੁਤ ਮਾਣਯੋਗ ਨਹੀਂ ਹੈ। ਮੇਰੇ ਮਾਪੇ ਅਨਪੜ੍ਹ, ਜ਼ਮੀਨ ਘੱਟ ਅਤੇ ਤੰਗੀ ਤੁਰਸ਼ੀ 'ਚ ਦਿਨ ਬੀਤਦੇ ਹੁੰਦੇ ਸਨ। ਮੇਰਾ ਵੱਡਾ ਭਰਾ ਪੜ੍ਹਨ ਨੂੰ ਬੜਾ ਤਿੱਖਾ ਸੀ। 10ਵੀਂ ਕੀਤੀ, ਮੈਰਿਟ 'ਚ ਆਇਆ, ਅੱਗੇ ਪੜ੍ਹਨ ਲਈ ਤਾਕਤ ਨਹੀਂ ਸੀ। ਏਅਰਫੋਰਸ 'ਚ ਸਿਪਾਹੀ ਭਰਤੀ ਹੋ ਗਿਆ। ਕਦੀ 15 ਦਿਨਾਂ ਬਾਅਦ, ਕਦੀ ਮਹੀਨੇ ਬਾਅਦ ਉਹਦੀ ਚਿੱਠੀ ਆਉਂਦੀ। ਬਾਪੂ ਜੀ ਚਿੱਠੀ ਪੜ੍ਹਵਾਉਣ ਵਾਸਤੇ ਬਾਣੀਏ ਦੀ ਦੁਕਾਨ 'ਤੇ ਜਾਂਦੇ। ਬਾਣੀਏ ਦੀ ਦੁਕਾਨ 'ਤੇ ਕਈ ਵਾਰ ਸਾਡੀ ਗਲੀ ਮੁਹੱਲੇ ਦਾ ਇਕੱਠ ਹੋ ਜਾਂਦਾ ਇਹ ਸੁਣਨ ਵਾਸਤੇ ਵੀ ਸਤਿ ਸ੍ਰੀ ਅਕਾਲ ਕਿਹਨੂੰ ਬੁਲਾਈਏ। ਤੋ ਇਸ ਤਰ੍ਹਾਂ ਅਕਸਰ ਹੁੰਦਾ। ਮੈਨੂੰ 5 ਸਾਲ ਦੀ ਉਮਰ 'ਚ ਹੱਥ 'ਚ ਸੋਟੀ ਫੜਾ ਕੇ ਪਸ਼ੂ ਚਾਰਨ ਵਾਸਤੇ ਲਾ ਦਿੱਤਾ ਸੀ। ਇੱਕ ਦਿਨ ਮੈਂ ਵੀ ਬੈਠਾ ਸੀ ਘਰ। ਬਾਪੂ ਜੀ ਚਿੱਠੀ ਪੜ੍ਹਵਾ ਕੇ, ਚਿੱਠੀ ਲਿਖਾ ਕੇ ਜਦੋਂ ਘਰ ਆਏ, ਹੌਕਾ ਲੈ ਕੇ ਮਾਂ ਨੂੰ ਕਹਿੰਦੇ ਕਈ ਗੱਲਾਂ ਪਰਦੇ ਵਾਲੀਆਂ ਹੁੰਦੀਆਂ ਨੇ, ਉੱਥੇ ਇਕੱਠ ਹੋ ਜਾਂਦਾ। ਉਹ ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ। ਘਰ 'ਚ ਇੱਕ ਬੱਚਾ ਤਾਂ ਹੋਣਾ ਚਾਹੀਦਾ ਸੀ ਜਿਹਨੂੰ ਚਿੱਠੀ ਪੜ੍ਹਨੀ ਆਉਂਦੀ ਹੋਵੇ, ਚਿੱਠੀ ਲਿਖਣੀ ਜਾਣਦਾ ਹੋਵੇ। ਮਾਂ ਨੇ ਮੇਰੇ ਵੱਲ ਹੱਥ ਕਰਕੇ ਆਖਿਆ, ਇਹਨੂੰ ਲਾ ਦਿਓ ਫਿਰ ਪੜ੍ਹਨ। ਬਾਪੂ ਜੀ ਕਹਿੰਦੇ ਪਸ਼ੂ ਕੌਣ ਚਾਰੂਗਾ ਫਿਰ? ਮੈਂ ਕਿਹਾ ਬਾਪੂ ਜੀ ਦੁਪਹਿਰ ਤੱਕ ਮੈਨੂੰ ਪੜ੍ਹਨ ਦੀ ਛੁੱਟੀ ਦੇ ਦਿਓ, ਦੁਪਹਿਰ ਨੂੰ ਮੈਂ ਰੋਟੀ ਲੈ ਕੇ ਤੁਹਾਡੀ ਆਉਣਾ ਹੀ ਹੁੰਦਾ, ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਮੈਂ ਪਸ਼ੂ ਚਾਰ ਲਿਆ ਕਰੂੰਗਾ। ਬਾਪੂ ਜੀ ਕਹਿੰਦੇ 2 ਕੰਮ ਕਰ ਲਿਆ ਕਰੇਂਗਾ ਤੂੰ? ਮੈਂ ਕਿਹਾ ਜੀ ਇੱਕ ਤੀਜਾ ਕੰਮ ਵੀ ਹੈ, ਉਹ ਵੀ ਕਰਿਆ ਕਰੂੰਗਾ। ਮਾਸਟਰ ਜੀ ਲਿਖਾਈਆਂ ਕਰਨ ਨੂੰ ਦਿੰਦੇ ਹੁੰਦੇ ਨੇ, ਉਹ ਮੈਂ ਰਾਤ ਨੂੰ ਕਰ ਲਿਆ ਕਰੂੰਗਾ। ਇਸ ਸ਼ਰਤ 'ਤੇ ਕਿ ਮੈਂ 2 ਕੰਮ ਕਰਾਂਗਾ। ਅਗਲੀ ਸਵੇਰ ਇਸ਼ਨਾਨ ਕੀਤਾ। ਬਾਪੂ ਜੀ ਕੱਪੜੇ ਦੀ ਦੁਕਾਨ 'ਤੇ ਗਏ, 5.25 ਗਜ ਕੱਪੜਾ। ਬਾਣੀ ਦੀ ਦੁਕਾਨ ਤੋਂ ਗਏ, ਪਤਾਸਿਆਂ ਦਾ ਲਿਫਾਫਾ। ਮੈਨੂੰ ਸਕੂਲ 'ਚ ਦਾਖਲ ਕਰਾਉਣ ਚਲੇ ਗਏ। ਦਸਤਾਰ ਮਾਸਟਰ ਜੀ ਵਾਸਤੇ, ਪਤਾਸੇ ਕਲਾਸ 'ਚ ਵੰਡਣ ਵਾਸਤੇ। ਮਾਸਟਰ ਜੀ ਕਹਿੰਦੇ ਕੀ ਨਾਂ ਹੈ ਇਹਦਾ? ਬਾਪੂ ਜੀ ਕਹਿੰਦੇ ਪਾਲ। ਮਾਸਟਰ ਜੀ ਕਹਿੰਦੇ ਪਾਲ ਨਹੀਂ ਕੋਈ ਨਾਂ ਹੁੰਦਾ, ਅੱਗੇ ਪਿੱਛੇ ਕੁਛ ਲੱਗਿਆ ਹੋਇਆ ਹੁੰਦਾ, ਗੁਰਪਾਲ, ਸੁਖਪਾਲ, ਇਹੋ ਜਿਹਾ ਕੁਛ ਹੁੰਦਾ, ਇਹ ਨਹੀਂ ਹੁੰਦਾ, ਪਾਲ ਕੋਈ ਨਾਂ ਨਹੀਂ ਹੁੰਦਾ। ਬਾਪੂ ਜੀ ਕਹਿੰਦੇ ਸਾਨੂੰ ਅਨਪੜ੍ਹਾਂ ਨੂੰ ਕੀ ਪਤਾ ਕੀ ਲੱਗਦਾ ਹੁੰਦਾ, ਜਿਹੜਾ ਕੁਛ ਲੱਗਦਾ ਹੁੰਦਾ ਅੱਗੇ ਪਿੱਛੇ ਉਹ ਲਾ ਦਿਓ। ਮਾਸਟਰ ਜੀ ਨੇ ਆਪਣੇ ਹੱਥ ਨਾਲ ਹਾਹਾ ਤੇ ਰਾਰਾ ਮੇਰੇ ਨਾਂ ਅੱਗੇ ਆਪ ਲਿਖ ਦਿੱਤਾ। ਫਿਰ ਮਾਸਟਰ ਜੀ ਕਹਿੰਦੇ ਕਿੰਨੀ ਉਮਰ ਹੈ ਇਹਦੀ? ਬਾਪੂ ਜੀ ਕਹਿੰਦੇ 7 ਸਾਲ। ਮੈਨੂੰ 2 ਸਾਲ ਪਸ਼ੂ ਚਾਰਦਿਆਂ ਹੋ ਗਏ ਸੀ। ਮਾਸਟਰ ਜੀ ਕਹਿੰਦੇ 7 ਸਾਲ ਦਾ ਦਿਸਦਾ ਇਹ 5 ਸਾਲ ਤੋਂ ਵੱਧ ਦਾ ਹੋ ਹੀ ਨਹੀਂ ਸਕਦਾ। ਬਾਪੂ ਜੀ ਕਹਿੰਦੇ ਸਾਨੂੰ ਕਿਹੜਾ ਪਤਾ ਹੈ, ਅਸੀਂ ਕਿਹੜਾ ਜਨਮ ਪੱਤਰੀਆਂ ਬਣਵਾਈਆਂ ਨੇ, ਮੈਨੂੰ ਤਾਂ ਜਿੰਨਾ ਕੁ ਪਤਾ ਸੀ ਮੈਂ ਦੱਸ ਦਿੱਤਾ। ਜੇ 5 ਦਾ ਲੱਗਦਾ ਤੁਸੀਂ 5 ਦਾ ਲਿਖ ਦਿਓ। ਮਾਸਟਰ ਜੀ ਨੇ ਮੇਰੀ ਉਮਰ 5 ਸਾਲ ਲਿਖ ਕੇ ਮੈਨੂੰ ਕਿਹਾ ਜਦੋਂ ਤੂੰ ਅਫਸਰ ਰਿਟਾਇਰ ਹੋਵੇਂਗਾ ਨਾ ਉਦੋਂ ਮੈਨੂੰ ਯਾਦ ਕਰੇਂਗਾ। ਤੇਰੇ ਬਾਪੂ ਨੇ ਤੇਰਾ ਨੁਕਸਾਨ ਕਰਾ ਦਿੱਤਾ ਸੀ ਅੱਜ ਬਹੁਤ ਵੱਡਾ। ਉਹ ਮਾਸਟਰ ਜੀ ਨੇ ਤਾਂ ਸਹਿਜ ਸੁਭਾਅ ਇਹ ਗੱਲ ਆਖ ਦਿੱਤੀ। ਕਲਾਸ 'ਚ ਮੇਰੇ ਜਮਾਤੀਆਂ ਨੇ ਮੈਨੂੰ ਛੇੜਨਾ ਸ਼ੁਰੂ ਕਰ ਦਿੱਤਾ, ਅਫਸਰ ਸਾਹਿਬ ਸਤਿ ਸ੍ਰੀ ਅਕਾਲ, ਸਾਨੂੰ ਵੀ ਕੋਈ ਪਾਣੀ ਪੂਣੀ ਪਿਲਾਉਣ ਵਾਸਤੇ ਰੱਖ ਲੇਂਗਾ ਕਿ ਨਾ। ਮੈਂ ਕਿਹਾ ਵੀ ਅਜੇ ਊੜਾ ਨਹੀਂ ਆਉਂਦਾ, ਆੜਾ ਨਹੀਂ ਆਉਂਦਾ। ਮਾਸਟਰ ਜੀ ਨੇ ਕੀ ਮੈਨੂੰ ਮੇਰੇ ਵਾਸਤੇ ਟਿੱਪਣੀ ਦੇ ਦਿੱਤੀ। ਲੇਕਿਨ ਉਦੋਂ ਮੈਨੂੰ ਸੰਗ ਲੱਗਦੀ ਸੀ ਜਿਸ ਗੱਲੋਂ, ਉਹ ਅੱਜ ਮੈਂ ਮਹਿਸੂਸ ਕਰਦਾ ਵੀ ਸਾਡੇ ਕਿੰਨੇ ਹਮਦਰਦ ਸਨ ਮਾਸਟਰ ਜੀ। ਸਕੂਲ ਪੜ੍ਹਦੇ, ਸਕੂਲ 'ਚੋਂ ਛੁੱਟੀ ਹੋ ਜਾਂਦੀ, ਪਸ਼ੂ ਚਾਰਦਾ ਮੈਂ। ਸ਼ਾਮ ਨੂੰ ਦਿਨ ਛਿਪਦਾ ਰੋਟੀ ਰਾਟੀ ਖਾ ਕੇ ਮਾਸਟਰ ਜੀ ਵਾਸਤੇ ਇੱਕ ਦੁੱਧ ਦਾ ਗਲਾਸ ਲੈ ਜਾਂਦਾ ਅਤੇ ਕਹਿ ਜਾਂਦਾ ਮੈਨੂੰ ਹੁਣ ਰਾਤ ਨੂੰ ਪੜ੍ਹਾਓ ਜੀ। ਸਾਡੇ ਕੋਲ ਮਾਸਟਰ ਜੀ ਨੂੰ ਦੇਣ ਵਾਸਤੇ ਟਿਊਸ਼ਨ ਦੇ ਪੈਸੇ ਨਹੀਂ ਹੁੰਦੇ ਸੀ, ਲੇਕਿਨ ਉਹ ਮੱਥੇ ਵਾਟੀ ਨਹੀਂ ਪਾਉਂਦੇ ਸੀ। ਇੱਕ ਦਿਨ ਮੈਂ ਅਜੇ ਸਕੂਲ 'ਚੋਂ ਆ ਕੇ ਬਸਤਾ ਜ਼ਮੀਨ 'ਤੇ ਰੱਖਿਆ ਨਹੀਂ ਹੁੰਦਾ ਸੀ। ਮਈ ਜੂਨ ਦੇ ਦਿਨ ਬੇਬੇ ਜੀ ਪੁੱਛਿਆ ਕਰਦੇ ਰੋਟੀ ਘਰ ਹੀ ਖਾਏਂਗਾ ਕਿ ਤੇਰੇ ਬਾਪੂ ਦੀ ਰੋਟੀ ਦੇ ਵਿੱਚ ਹੀ ਬੰਨ੍ਹਦੇ ਹੋ? ਜੇ ਖਾਣੀ ਹੁੰਦੀ ਖਾ ਲੈਂਦਾ, ਬਣਾਉਣੀ ਹੁੰਦੀ ਬਣਾ ਲੈਂਦਾ। 3 ਕਿਲੋਮੀਟਰ ਖੇਤ ਸੀ।
ਸਾਈਕਲ ਲੈਣ ਜੋ ਖਰੀਦਣ ਲਈ ਪੈਸੇ ਨਹੀਂ ਸੀ। ਖੇਤ ਜਾਂਦਾ ਰੋਟੀ ਲੈ ਕੇ, ਬਾਪੂ ਜੀ ਨੂੰ ਆਵਾਜ਼, ਗਾਹ ਚੱਲਦੇ ਹੁੰਦੇ, ਬਾਪੂ ਜੀ ਰੋਟੀ ਖਾ ਲਓ। ਬਾਪੂ ਜੀ ਦਾ ਉੱਤਰ ਹੁੰਦਾ, ਰੋਟੀ ਬੰਨ੍ਹਿਆ ਨਿੰਮ ਦੀ ਟਾਹਣੀ ਨਾਲ, ਇੱਧਰ ਆ ਕੇ ਬਲਦਾਂ ਦੇ ਪਿੱਛੇ ਲੱਗ, ਗਾਹ ਨਹੀਂ ਰੁਕਣਾ ਚਾਹੀਦਾ। 4 ਬਲਦ ਆਪਣੇ ਖੁਰਾਂ ਨਾਲ ਕਣਕ ਕਾਉਂਦੇ ਹੁੰਦੇ ਸੀ। ਤੂੜੀ ਤੇ ਕਣਕ ਬਲਦਾਂ ਦੇ ਖੁਰਾਂ ਨਾਲ ਵੱਖ ਕੀਤੀ ਜਾਂਦੀ ਸੀ। ਮੇਰੇ ਹੱਥ 'ਚ ਰੋਟੀ ਹੁੰਦੀ, ਮੈਂ ਬਲਦਾਂ ਦੇ ਪਿੱਛੇ ਪਿੱਛੇ ਕਣਕ ਗਾਉਂਦੇ ਹੋਏ ਬਲਦਾਂ ਦੇ ਖੁਰ ਲਹੂ ਲੁਹਾਨ ਹੋ ਜਾਂਦੇ ਹੁੰਦੇ ਸੀ। ਅੱਗੇ ਅੱਗੇ ਬਲਦ ਰੋਂਦੇ ਜਾਂਦੇ ਹੁੰਦੇ ਸੀ, ਪਿੱਛੇ ਪਿੱਛੇ ਮੈਂ ਰੋਂਦਾ ਜਾਂਦਾ ਹੁੰਦਾ ਸੀ। ਤੇ ਇਹ ਸੋਚਦਾ ਹੁੰਦਾ ਸੀ ਮੈਂ ਵੀ ਇਹਨਾਂ ਨੂੰ ਇਹ ਖਿਆਲ ਹੋਣਾ ਪਸ਼ੂਆਂ ਨੂੰ ਵੀ ਜਿਹੜਾ ਸਾਡੇ ਪਿੱਛੇ ਸਾਡਾ ਮਾਲਕ ਸੋਟੀ ਚੁੱਕੀ ਆਉਂਦਾ ਹੈ ਉਹ ਬੜਾ ਸੁਖੀ ਹੋਊਗਾ। ਮੈਂ ਕਿਉਂਕਿ ਬੰਦਾ, ਇਸ ਕਰਕੇ ਮੈਨੂੰ ਤਾਂ ਪਤਾ ਹੈ ਨਾ ਕਿ ਇਹਨਾਂ 'ਚ ਤੇ ਮੇਰੇ 'ਚ ਕੋਈ ਫਰਕ ਨਹੀਂ। ਕਰਜ਼ਾ ਉਤਰਦਾ ਨਹੀਂ ਸੀ। ਬਾਪੂ ਜੀ ਖਿਜੇ ਰਹਿੰਦੇ ਸਨ, ਝਿੜਕਦੇ ਸਨ ਬਹੁਤ। ਇੱਕ ਦਿਨ ਦੁਪਹਿਰ ਨੂੰ ਰੋਟੀ ਖਾਂਦਿਆਂ ਮੈਂ ਦੇਖਿਆ ਚਾਚਿਆਂ ਨਾਲ ਖੁਸ਼ ਮੂਡ 'ਚ ਗੱਲ ਕਰ ਰਹੇ। ਮੈਂ ਹੌਸਲਾ ਕਰਕੇ ਕੁਛ ਦਿਲ ਦੀ ਗੱਲ ਕੀਤੀ। ਮੈਂ ਕਿਹਾ ਬਾਪੂ ਜੀ ਜਿੰਨਾ ਮੈਨੂੰ ਟਾਈਮ ਪੜ੍ਹਨ ਵਾਸਤੇ ਮਿਲਣਾ ਚਾਹੀਦਾ ਉਹਨਾਂ ਨਹੀਂ ਮਿਲਦਾ। ਜੇ ਮਿਲ ਜਾਵੇ ਮੈਨੂੰ ਉਹਨਾਂ ਟਾਈਮ, ਫਿਰ ਮੈਂ ਬਾਣੀਆਂ ਦੇ ਜਵਾਕਾਂ ਤੋਂ ਅੱਗੇ ਲੰਘ ਸਕਦਾ। ਬਾਣੀਆਂ ਦੇ ਬੱਚੇ ਹੁਸ਼ਿਆਰ ਹੁੰਦੇ ਸੀ। ਬਾਪੂ ਜੀ ਹੱਸ ਪਏ, ਚਾਚੇ ਹੱਸ ਪਏ, ਕਹਿੰਦੇ ਜੱਟਾਂ ਨਾਲ ਕੀ ਮੁਕਾਬਲਾ ਬਾਣੀਆਂ ਦਾ, ਅਸੀਂ ਤਾਂ ਪਸ਼ੂਆਂ 'ਚ ਰਹਿੰਦੇ ਰਹਿੰਦੇ ਪਸ਼ੂਆਂ ਵਰਗੇ ਹੋਏ ਹਾਂ। ਬਸ ਆਹ ਚਿੱਠੀ ਪੜ੍ਹਨੀ ਲਿਖਣੀ ਸਿੱਖ ਗਿਆ ਤੂੰ ਬਥੇਰੀ ਹੈ। 5 ਜਮਾਤਾਂ ਤੈਨੂੰ ਕਰਾ ਕੇ ਅਸੀਂ, ਮੈਂ ਉਦੋਂ 5ਵੀਂ 'ਚ ਹੋਇਆ ਸੀ, 5 ਜਮਾਤਾਂ ਕਰਾ ਕੇ ਅਸੀਂ ਤੈਨੂੰ ਹਟਾ ਲਾਂਗੇ। ਮੈਂ ਕਿਹਾ ਤੁਸੀਂ ਮੈਨੂੰ, ਮੈਂ ਰੋਟੀ ਲੈ ਕੇ ਤਾਂ ਆਉਣਾ ਹੀ ਹੈ ਤੁਹਾਡੀ ਦੁਪਹਿਰ ਨੂੰ, ਨਾ ਮੈਂ ਤਾਸ਼ ਖੇਡਾਂ, ਨਾ ਕੌਡੀਆਂ ਖੇਡਾਂ, ਨਾ ਬੰਟੇ ਖੇਡਾਂ, ਤੁਹਾਡੀ ਨਿਗਾਹ 'ਚ ਤਾਂ ਰਹੂੰਗਾ। ਜਦੋਂ ਮੇਰਾ ਕੰਮ ਪੂਰਾ ਹੋ ਜਾਇਆ ਕਰੂਗਾ ਮੈਂ ਪਸ਼ੂ ਚਾਰ ਲਿਆ ਕਰੂੰਗਾ। ਮੇਰਾ ਚਾਚਾ ਕਹਿੰਦਾ ਬਾਈ ਇਹਨੂੰ ਦੇ ਦਿੰਦੇ ਹਾਂ 1 ਸਾਲ ਆਪਾਂ ਛੁੱਟੀ, ਜੇ ਸਾਰਿਆਂ ਤੋਂ ਅੱਗੇ ਨਾ ਲੰਘਿਆ ਫਿਰ ਹਟਾ ਲਾਂਗੇ। ਇਹ ਗੱਲ ਮੈਨੂੰ ਦਰਸ਼ਕੋ ਹੁਣ ਤੱਕ ਇਸ ਲਈ ਯਾਦ ਹੈ ਕਿ ਬੱਚਿਆਂ ਨੂੰ ਹਟਾਇਆ ਤਾਂ ਉਦੋਂ ਕਰਦੇ ਨੇ ਮਾਪੇ ਜਦੋਂ ਫੇਲ ਹੋਣ ਲੱਗ ਜਾਣ। ਮੇਰੇ ਤੇ ਬੰਦਿਸ਼ ਇਹ ਲਾਈ ਜੇ ਸਾਰਿਆਂ ਤੋਂ ਅੱਗੇ ਨਾ ਲੰਘਿਆ ਤਾਂ ਇਹਨੂੰ ਹਟਾ ਲਾਂਗੇ। ਮੈਨੂੰ ਖੇਤ ਦਾ ਕੰਮ ਬਹੁਤ ਔਖਾ ਲੱਗਦਾ ਸੀ। ਹੁਣ ਵੀ ਮੈਨੂੰ ਉਹ ਦਿਨ ਯਾਦ ਆਉਂਦੇ ਨੇ ਨਾ, ਮੇਰੇ ਲੂੰ ਖੜੇ ਹੋ ਜਾਂਦੇ ਨੇ। ਮੈਂ ਖੇਤ ਤੋਂ ਭੱਜਣਾ ਚਾਹੁੰਦਾ ਸੀ। ਖੇਤ ਤੋਂ ਭਗੌੜਾ ਹੋਣ ਵਾਸਤੇ ਵਿੱਦਿਆ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ। ਤਾਂ ਮੈਂ ਰੱਟੇ ਚਾੜਨੇ ਸ਼ੁਰੂ ਕੀਤੇ ਜਦੋਂ ਮੈਨੂੰ ਛੁੱਟੀ ਮਿਲ ਗਈ। ਇੰਨੇ ਰੱਟੇ ਲਾਏ ਕਿ ਜਿਹੜੀ ਹੁਣ ਤੁਸੀਂ ਦੇਖੋ ਕਿ ਬੱਚੇ ਆਮ ਤੌਰ 'ਤੇ ਗੀਤਾਂ ਨੂੰ ਜਾਂ ਇਤਿਹਾਸ ਦੀਆਂ ਤਰੀਕਾਂ ਨੂੰ ਰੱਟਾ ਲਾਉਂਦੇ ਨੇ। ਮੈਂ ਤਾਂ ਕਹਾਣੀ ਨੂੰ ਵੀ ਰੱਟਾ ਲਾਉਂਦਾ ਸੀ, ਲੇਖਾਂ ਨੂੰ ਵੀ ਰੱਟਾ ਲਾਉਂਦਾ ਸੀ। ਮੇਰਾ ਸਕੂਲ ਸੀ 8ਵੀਂ ਦਾ, ਗਵਰਨਮੈਂਟ ਮਿਡਲ ਸਕੂਲ ਘੱਗਾ। ਇਹ ਸਮਾਣਾ ਪਾਤੜਾ ਰੋਡ 'ਤੇ ਹੈ ਜੀ। ਸੋ ਆਲੇ ਦੁਆਲੇ ਦੇ 11 ਸਕੂਲ ਪ੍ਰਾਇਮਰੀ ਸਨ। 5ਵੀਂ ਦਾ ਸੈਂਟਰ ਮੇਰੇ ਸਕੂਲ ਨੇ ਬਣਨਾ ਸੀ ਅਤੇ 5ਵੀਂ ਦੇ ਪੇਪਰ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਤੋਂ ਛਪੇ ਹੋਏ ਆਉਂਦੇ ਹੁੰਦੇ ਸੀ। ਸਟਾਫ ਬਾਹਰ ਲਾਉਂਦਾ ਹੁੰਦਾ ਸੀ। ਜਿਹੜੇ ਮਾਸਟਰ ਜੀ ਸਾਨੂੰ ਪੜ੍ਹਾਉਂਦੇ ਸੀ ਉਹਨਾਂ ਦੀ ਡਿਊਟੀਆਂ ਬਾਹਰਲੇ ਸਕੂਲਾਂ 'ਚ ਲੱਗਦੀਆਂ ਸੀ। ਬਾਹਰੋਂ 10 ਦਿਨਾਂ ਵਾਸਤੇ ਸਟਾਫ ਆਉਂਦਾ, 5 ਦਿਨ ਪੇਪਰ, 5 ਦਿਨ ਉਹਨਾਂ ਨੇ ਇਵੈਲੂਏਸ਼ਨ ਕਰਨੀ, ਰਿਜ਼ਲਟ ਡਿਕਲੇਅਰ ਕਰਕੇ ਫਿਰ ਸਟਾਫ ਨੂੰ ਚਾਰਜ ਦੇ ਕੇ ਜਾਂਦੇ ਹੁੰਦੇ। ਲਓ ਜੀ ਮੈਂ ਰੱਟੇਬਾਜ਼ ਹੁਣ ਵੀ ਹਾਂ। ਜਿਹੜੀ ਕਿਤਾਬ ਮੈਨੂੰ ਚੰਗੀ ਲੱਗੇ, ਇਹ ਨਹੀਂ ਕਿ ਇੱਕ ਵਾਰੀ ਪੜ੍ਹ ਦਿੱਤੀ ਅਤੇ ਫਿਰ ਮੁੱਕ ਗਈ ਤਾਂ ਛੱਡ ਦਿੱਤੀ, ਦੁਬਾਰਾ ਫਿਰ ਸ਼ੁਰੂ ਕਰ ਦਿੰਦਾ। ਹੋਇਆ ਪ੍ਰੋਫੈਸਰ ਸਾਹਿਬ ਅੱਜ ਦੇ ਜਿਹੜੇ ਆਪਾਂ ਇਹ ਤਾਂ ਤੁਹਾਡੇ ਜੀਵਨ ਦੀ ਇੱਕ ਬਚਪਨ ਦੀ ਝਾਤ ਤੁਸੀਂ ਮਰਵਾਈ ਹੈ। ਕਿਸ ਤਰ੍ਹਾਂ ਤੁਸੀਂ ਨੇ ਬਚਪਨ ਦੇ ਵਿੱਚੋਂ ਹੀ ਪੜ੍ਹਾਈ ਦੇ ਨਾਲ ਤੁਹਾਡਾ ਜਿਹੜਾ ਹੈਗਾ ਘਰ ਦੇ ਅਨੁਕੂਲ ਹਾਲਾਤਾਂ ਦੇ ਹੋਣ ਦੇ ਨਾ ਹੋਣ ਦੇ ਬਾਵਜੂਦ ਵੀ ਤੁਸੀਂ ਉੱਧਰ ਨੂੰ ਮੈਂ ਉਹੀ ਗੱਲ ਕੰਟੀਨਿਊ, ਮੈਂ ਜ਼ਿਆਦਾ ਲੰਮਾ ਸਮਾਂ ਨਹੀਂ, ਕਿਉਂਕਿ ਮੇਰੀ ਲਾਈਫ ਮੈਂ ਦੱਸ ਦਿੱਤਾ ਸ਼ੁਰੂ 'ਚ ਹੀ ਇੰਪੋਰਟੈਂਟ ਨਹੀਂ ਹੈ, ਕੋਈ ਬਹੁਤ ਖੁਸ਼ਗਵਾਰ ਨਹੀਂ ਹੈ। ਲੇਕਿਨ ਮੈਂ ਇਹ ਦੱਸਣਾ ਜ਼ਰੂਰੀ ਸਮਝਦਾ ਜਿਹੜਾ ਸਾਡੇ ਬੱਚਿਆਂ ਲਈ ਵੀ ਵੱਡਿਆਂ ਲਈ ਵੀ ਇੰਸਪਾਇਰ ਕਰਨ ਵਾਲਾ ਹੈ। ਉੱਥੇ ਹੀ ਆਉਣਾ ਸੀ ਮੈਂ ਕਿ 12 ਸਕੂਲਾਂ ਦੇ ਬੱਚਿਆਂ ਦਾ ਇਮਤਿਹਾਨ ਮੇਰੇ ਪਿੰਡ ਦੇ ਸਕੂਲ 'ਚ ਹੋਇਆ। ਰਿਜ਼ਲਟ ਡਿਕਲੇਅਰ ਹੋਇਆ ਜਦੋਂ, ਉਦੋਂ ਮੈਂ 12 ਪਿੰਡਾਂ ਦੇ ਵਿੱਚੋਂ ਟੌਪ ਕਰ ਗਿਆ। ਮੈਨੂੰ ਇਹ ਪਤਾ ਸੀ ਕਿ ਮੇਰਾ ਦਿਮਾਗ ਤਿੱਖਾ ਨਹੀਂ ਹੈ। ਮੈਨੂੰ ਇਹ ਪਤਾ ਸੀ ਕਿ ਮੈਂ ਪੜ੍ਹਾਈ 'ਚ ਪਿੱਛੇ ਰਹਿ ਸਕਦਾ ਜੇ ਮਿਹਨਤ ਨਾ ਕੀਤੀ। ਮੈਂ ਇਹ ਸੋਚਦਾ ਹੁੰਦਾ ਕਿ ਦਿਮਾਗ ਤਾਂ ਰੱਬ ਨੇ ਜਿੰਨਾ ਕੁ ਦੇਣਾ ਸੀ ਉਨਾ ਕੁ ਦਿੱਤਾ, ਮਿਹਨਤ ਤਾਂ ਮੇਰੇ ਹੱਥ ਹੈ। ਜੇ ਮੈਂ ਇਹਨਾਂ ਦੇ ਬਰਾਬਰ ਦੀ ਮਿਹਨਤ ਕਰ ਲਾਂ, ਜਿਹੜੇ ਬੱਚੇ ਹੁਸ਼ਿਆਰ ਨੇ ਇਹਨਾਂ ਦੇ ਬਰਾਬਰ ਹੋ ਜਾਊਂਗਾ। ਜੇ ਇਹਨਾਂ ਤੋਂ ਮੈਂ ਡੇਢੀ ਦੁੱਗਣੀ ਮਿਹਨਤ ਕਰ ਲਾਂ ਤਾਂ ਇਹਨਾਂ ਤੋਂ ਡੇਢਾ ਦੁੱਗਣਾ ਅੱਗੇ ਲੰਘ ਜਾਵਾਂਗਾ। ਬਸ ਮੇਰੇ ਕੋਲ ਮਿਹਨਤ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਜਦੋਂ ਮੈਂ ਰਿਜ਼ਲਟ ਸੁਣਿਆ, ਘਰ ਜਾਣ ਦੀ ਬਜਾਏ ਮੈਂ ਦੌੜ ਲਾਈ, ਖੇਤ ਪਹੁੰਚਿਆ, ਖਬਰ ਦਿੱਤੀ, ਖੁਸ਼ ਹੋਏ ਬਾਪੂ ਜੀ। ਫਿਰ ਕਹਿੰਦੇ ਰੋਟੀ ਕਿੱਥੇ ਹੈ? ਮੈਂ ਰੋਟੀ ਤਾਂ ਮੈਂ ਭੁੱਲਿਆ। ਕਹਿੰਦੇ ਜਾ ਦੌੜ ਜਾ, ਤੂੰ ਥੱਪੜ ਖਾਏਂਗਾ, ਦੌੜ ਜਾ। ਦੌੜ ਕੇ ਰੋਟੀ ਲਿਆ। ਸਕੂਲੋਂ ਭੱਜਿਆ ਮੈਂ ਖੇਤ ਗਿਆ, ਖੇਤੋਂ ਭੱਜਿਆ ਘਰ ਗਿਆ, ਘਰੋਂ ਭੱਜਿਆ ਬਾਪੂ ਜੀ ਚਾਚੇ ਭੁੱਖੇ ਹੋਣਗੇ, ਫਿਰ ਰੋਟੀ ਲੈ ਕੇ ਗਿਆ। ਉਹ ਰੇਸ ਜਿਹੜੀ ਉਦੋਂ ਮੇਰੀ ਸ਼ੁਰੂ ਹੋਈ ਸੀ ਉਹ ਹੁਣ ਤੱਕ ਨਹੀਂ ਖਤਮ ਹੋਈ। ਮੈਂ ਉਹਦੇ ਤੋਂ ਬਾਅਦ ਫਿਰ ਕੋਈ ਕਲਾਸ 'ਚ ਕਿਸੇ ਨੂੰ ਆਪਣੇ ਤੋਂ ਅੱਗੇ ਨਹੀਂ ਲੰਘਣ ਦਿੱਤਾ। ਮੈਂ ਆਪਣੇ ਬੱਚਿਆਂ ਨੂੰ ਵੀ ਇਹ ਕਹਿੰਦਾ ਰਿਹਾ, ਹੁਣ ਆਪਣੇ ਦਰਸ਼ਕ ਨੇ ਜਿਹੜੇ ਉਹਨਾਂ ਨੂੰ ਵੀ ਦੱਸਦਾ ਕਿ ਬੱਚਿਆਂ 'ਚ ਦਿਮਾਗ ਦੀ ਘਾਟ ਵਾਧ ਦਾ ਫਰਕ ਬਹੁਤ ਥੋੜ੍ਹਾ ਹੁੰਦਾ ਹੈ।
ਤੁਸੀਂ ਦੇਖੋ ਮੇਰੇ ਮਾਪੇ ਤਾਂ ਅਨਪੜ੍ਹ ਸਨ, ਪਰ ਰਾਤ ਨੂੰ ਅਸੀਂ ਜਦੋਂ ਪੜ੍ਹਦੇ ਮਾਂ ਬਿਨਾਂ ਲੋੜ ਤੋਂ ਚਰਖਾ ਡਾ ਲੈਂਦੀ ਸੀ। ਲੋੜ ਨਹੀਂ ਹੁੰਦੀ ਸੀ ਕੱਤਣ ਦੀ, ਲੋੜ ਨਹੀਂ ਹੁੰਦੀ ਸੀ ਖੱਦਰ ਦੀ, ਲੇਕਿਨ ਮਾਂ ਇਹ ਜਾਣਦੀ ਸੀ ਕਿ ਜੇ ਮੈਂ ਸੌਂਗੀ ਪਿੱਛੋਂ ਇਹ ਵੀ ਸੌਂ ਜਾਣਗੇ। ਸਾਨੂੰ ਕਦੀ ਪੁੱਛ ਲਾਂਦੀ ਪਾਣੀ ਪੀਣਾ, ਕਦੀ ਪੁੱਛ ਲਾਂਦੀ ਦੁੱਧ ਪੀਣਾ, ਹੋਰ ਕੀ ਖਾਣਾ ਪੀਣਾ ਮੈਨੂੰ ਦੱਸ ਦਿਓ। ਜਦੋਂ ਤੱਕ ਅਸੀਂ ਹੋਮਵਰਕ ਕਰਨੋਂ ਹਟਦੇ ਨਹੀਂ ਸੀ ਉਹ ਸੌਂਦੇ ਨਹੀਂ ਸੀ। ਤੋ 5ਵੀਂ ਚੋਂ 8ਵੀਂ ਚੋਂ 10ਵੀਂ ਚੋਂ ਮੈਰਿਟ 'ਚ ਆਇਆ, ਵਜ਼ੀਫੇ ਲੱਗੇ, ਵਜ਼ੀਫੇ 'ਚ ਇਕੱਠਾ ਮਿਲਦਾ। ਇੱਕ ਵਾਰੀ 80 ਰੁਪਏ ਦਾ ਵਜ਼ੀਫਾ ਮਿਲਿਆ ਜਦੋਂ ਮੈਂ 6ਵੀਂ ਕਲਾਸ 'ਚ, 5ਵੀਂ ਦੇ ਵਿੱਚੋਂ ਆਇਆ ਸੀ ਫਸਟ। ਤੋ ਉਹ ਘਰ 'ਚ ਪੇਟੀ ਨਹੀਂ ਸੀ ਕੋਈ, ਰਜਾਈਆਂ, ਗਦੈਲੇ, ਖੇਸ, ਰੱਸਾ ਇੱਕ ਉੱਪਰ ਛਤੀਰ ਨਾਲ ਬੰਨਿਆ ਹੁੰਦਾ, ਉਹ ਰੱਸੇ ਦੇ 2 ਸਿਰੇ ਇੱਕ ਡੰਡੇ ਤੇ, ਡੰਡੇ ਉੱਪਰ ਕੱਪੜੇ, ਉਹਨਾਂ ਦੇ ਉੱਪਰ ਮਿੱਟੀ ਵੀ ਪਈ ਜਾਂਦੀ, ਉਹਨਾਂ ਵਿੱਚ ਚੂਹੇ ਵੀ, ਉਹਨਾਂ ਵਿੱਚ ਗਾਲੜ ਵੀ, ਸਾਰਾ ਕੁਛ ਹੀ ਰਹੀ ਜਾਂਦਾ। ਤੋ ਇਸ ਤਰ੍ਹਾਂ ਦਾ ਮੇਰਾ ਬੈਕਗਰਾਊਂਡ ਹੈ। ਮੈਂ ਮਹਿਸੂਸ ਇਹ ਕਰਦਾ ਕਿ ਮਿਹਨਤ ਕਰਦਾ ਜਿਹੜਾ ਬੱਚਾ ਉਹ ਬਾਕੀਆਂ ਤੋਂ ਅੱਗੇ ਲੰਘੇਗਾ, ਉਹਦੇ ਹੱਥੋਂ ਉਹਦਾ ਰਿਜ਼ਕ ਖੋ ਨਹੀਂ ਸਕਦਾ। ਮੈਂ ਕਾਲਜ ਦੇ ਵਿੱਚ ਵੀ, ਯੂਨੀਵਰਸਿਟੀ ਦੇ ਵਿੱਚ ਵੀ ਇਕੱਲਾ ਟੌਪ ਨਹੀਂ ਕੀਤਾ, ਮੈਂ ਰਿਕਾਰਡ ਰਿਵਾਈਜ਼ ਕੀਤੇ। ਤੇ ਹੁਣ ਆਪਾਂ ਆਈਏ ਗੁਰੂ ਨਾਨਕ ਦੇਵ ਜੀ ਤੇ ਜਿਹੜਾ ਸਾਡਾ ਕੇਂਦਰ ਹੈ। ਹਾਂ, ਸੋ ਡਾਕਟਰ ਸਾਹਿਬ ਤਾਂ ਸੀਗਾ ਤੁਹਾਡੇ ਜੀਵਨ ਨਾਲ ਸੰਬੰਧ, ਕਿਸ ਤਰ੍ਹਾਂ ਤੁਸੀਂ ਬਚਪਨ ਦੇ ਵਿੱਚ ਤੰਗੀਆਂ ਤਰੁੱਸੀਆਂ ਦੇ ਵਿੱਚ ਦੀ ਗੁਜ਼ਰਦੇ ਹੋਏ ਵਿੱਦਿਆ ਦਾ ਜਿਹੜਾ ਅਨਮੋਲ ਗਹਿਣਾ ਉਹ ਪ੍ਰਾਪਤ ਕੀਤਾ। ਸੋ ਅੱਜ ਦਾ ਜਿਹੜਾ ਦਿਨ ਆ ਗੁਰੂ ਨਾਨਕ ਪਾਤਸ਼ਾਹ ਦੀ ਉਹਨਾਂ ਦੀ ਸੋਚ ਨੂੰ ਲੈ ਕੇ, ਉਹਨਾਂ ਦੇ ਜਨਮ ਪੁਰਬ ਦੇ ਉੱਪਰ ਆਪਾਂ ਬੈਠੇ ਹਾਂ ਕਿ ਉਹਨਾਂ ਦਾ ਪ੍ਰਕਾਸ਼ ਪੁਰਬ ਜਿਹੜਾ ਪੂਰੀ ਦੁਨੀਆ ਮਨਾ ਰਹੀ ਆ। ਉਹਨਾਂ ਦੀਆਂ ਸਿੱਖਿਆਵਾਂ ਬਾਰੇ, ਗੁਰਬਾਣੀ ਦੇ ਵਿੱਚ ਉਹਨਾਂ ਨੇ ਉਹ ਗੁਰਬਾਣੀ ਫਲਸਫੇ ਬਾਰੇ ਆਪਾਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਸਾਡੇ ਜੀਵਨ ਨੂੰ ਗੁਰਬਾਣੀ ਤੋਂ ਉਹਨਾਂ ਤੋਂ ਸੇਧ ਲੈ ਕੇ ਸਾਨੂੰ ਆਪਣਾ ਜੀਵਨ ਆ ਜਿਹੜਾ ਉਹ ਇੱਕ ਵਧੀਆ ਜੀਵਨ ਜਿਉਣਾ ਚਾਹੀਦਾ, ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜੀ। ਉਹਨਾਂ ਬਾਰੇ ਆਪਾਂ ਤੁਸੀਂ ਥੋੜ੍ਹਾ ਜਿਹਾ ਜ਼ਰੂਰ ਦੱਸੋ ਕਿ ਕਿਵੇਂ ਉਹਨਾਂ ਦਾ ਬਚਪਨ ਦਾ ਜਿਹੜਾ ਹੈਗਾ ਗੁਜ਼ਰਿਆ। ਪਹਿਲੋਂ ਤਾਂ ਮਹਾਰਾਜ ਦੇ ਬਚਪਨ ਦਾ ਜ਼ਿਕਰ ਕਰਾਂਗੇ। ਹਾਂਜੀ, ਜ਼ਰੂਰ ਕੀਤਾ ਜਾਵੇ। ਪਿਤਾ ਨੇ ਪਹਿਲੋਂ ਉਹ ਪੰਡਤ ਕੋਲ ਪੜ੍ਹਨ ਵਾਸਤੇ ਮੰਦਿਰ 'ਚ ਭੇਜੇ। ਮੰਦਿਰ 'ਚ ਉਹਨਾਂ ਨੇ ਤਕਰੀਬਨ, ਮੈਂ ਜਨਮ ਸਾਖੀਆਂ ਦਾ ਪਾਠੀ ਹਾਂ, ਜਿੰਨਾ ਕੁ ਕੈਲਕੂਲੇਸ਼ਨ ਮੈਂ ਕਰ ਸਕਿਆ ਉਹ ਇਹ ਕਿ ਤਕਰੀਬਨ 1 ਮਹੀਨਾ ਪੰਡਤ ਜੀ ਤੋਂ ਪੜ੍ਹੇ ਸੀ। ਜਦੋਂ ਦੇਵਨਾਗਰੀ ਲਿਖਣੀ, ਪੜ੍ਹਨੀ ਅਤੇ ਸਮਝਣੀ ਆ ਗਈ, ਉਹ ਕਹਿੰਦੇ ਮੈਂ ਨਹੀਂ ਹੋਰ ਪੜ੍ਹਨਾ। ਕਿਉਂ ਇਨਕਾਰ ਕੀਤਾ ਹੋਰ ਪੜ੍ਹਨ ਤੋਂ? ਇਸ ਕਰਕੇ ਕਿ ਜਦੋਂ ਦੇਵਨਾਗਰੀ ਪੜ੍ਹਨੀ ਲਿਖਣੀ ਆ ਗਈ, ਇਹਦੇ ਤੋਂ ਬਾਅਦ ਤਾਂ ਫਿਰ ਪੰਡਤ ਜੀ ਨੇ ਕਰਮਕਾਂਡ ਸਿਖਾਉਣਾ ਸੀ। ਛੋਟੇ ਹੁੰਦੇ ਹੀ ਉਹਨਾਂ ਦਾ ਫੈਸਲਾ ਸੀ ਕਿ ਕਰਮਕਾਂਡ ਨਹੀਂ ਸਿੱਖਣਾ। ਪਿਤਾ ਨੇ ਇਹ ਦੇਖ ਕੇ ਕਿ ਚਲੋ ਠੀਕ ਹੈ, ਨਹੀਂ ਰੁਚੀ ਪੜ੍ਹਨ ਦੀ ਜੇ ਹਿੰਦੀ ਸੰਸਕ੍ਰਿਤ, ਆਪਾਂ ਫਿਰ ਮੌਲਵੀ ਜੀ ਕੋਲ ਭੇਜ ਦਿੰਦੇ ਹਾਂ। ਮਸਜਿਦ 'ਚ ਲੈ ਗਏ, ਮੌਲਵੀ ਜੀ ਨੇ ਫਾਰਸੀ ਸਿਖਾਉਣੀ ਸ਼ੁਰੂ ਕੀਤੀ। ਤਕਰੀਬਨ 1 ਮਹੀਨਾ ਫਾਰਸੀ ਪੜ੍ਹਨੀ, ਲਿਖਣੀ ਅਤੇ ਸਮਝਣੀ ਸਿੱਖ ਲਈ। ਮੌਲਵੀ ਜੀ ਨੂੰ ਕਹਿੰਦੇ ਹੁਣ ਨਹੀਂ ਪੜ੍ਹਨਾ ਸੀ ਅੱਗੋਂ ਹੋਰ। ਕਿਉਂ ਨਹੀਂ ਪੜ੍ਹਨਾ ਸੀ? ਇਹਦੇ ਤੋਂ ਬਾਅਦ ਮੌਲਵੀ ਜੀ ਨੇ ਸ਼ਰ੍ਹਾ ਸਿਖਾਉਣੀ ਸੀ। ਸ਼ਰ੍ਹਾ ਸਿੱਖਣ ਦੀ ਲੋੜ ਨਹੀਂ ਸੀ। ਜਨਮ ਸਾਖੀ ਦੇ ਵਿੱਚ ਇੱਕ ਦਿਲਚਸਪ ਪ੍ਰਸੰਗ ਆਉਂਦਾ। ਆਪਣੇ ਬੱਚਿਆਂ ਦੀ ਪ੍ਰੋਗਰੈਸ ਪੁੱਛਣ ਪਰਖਣ ਵਾਸਤੇ, ਜਾਣਨ ਵਾਸਤੇ ਮਾਪੇ ਮਸਜਿਦ ਦੇ ਵਿੱਚ ਮੌਲਵੀ ਜੀ ਕੋਲ ਜਾਂਦੇ, ਆਪਣੇ ਬੱਚਿਆਂ ਬਾਰੇ ਪੁੱਛਦੇ। ਮੌਲਵੀ ਜੀ ਉਹਨਾਂ ਬੱਚਿਆਂ ਬਾਰੇ ਤਾਂ ਦੱਸਦੇ, ਲੇਕਿਨ ਗੁਰੂ ਨਾਨਕ ਦੇਵ ਜੀ ਵੱਲ ਉਂਗਲ ਕਰਕੇ ਆਖਦੇ, ਯਾਰੋ ਗਜ਼ਬ ਦਾ ਹਾਫਿਜ਼ ਹਾਈ ਇਸ ਤਾਲਿਬੇ ਇਲਮ ਦਾ। ਇਸ ਵਿਦਿਆਰਥੀ ਦੀ ਯਾਦਦਾਸ਼ਤ ਗਜ਼ਬ ਦੀ ਹੈ। ਗਰਦਾਨ ਹੁੰਦਾ ਰੂਲਸ ਆਫ ਗ੍ਰਾਮਰ, ਵਿਆਕਰਨ ਦੇ ਨਿਯਮ। ਮੌਲਵੀ ਜੀ ਕਿਹਾ ਕਰਦੇ, ਉਹ ਔਖੀਆਂ ਗਰਦਾਨਾਂ ਬੱਚੇ ਜਿਹੜੇ ਮਹੀਨਿਆਂ ਤੱਕ ਨਹੀਂ ਸਿੱਖ ਸਕਦੇ, ਇਹ ਦਿਨਾਂ ਵਿੱਚ ਸਿੱਖੀ ਜਾਂਦਾ ਹੈ। ਤੋ ਪੜ੍ਹਨ ਲਿਖਣ ਦੇ ਵਿੱਚ ਇਹ ਨਹੀਂ ਹੈ ਕਿ ਰੁਚੀ ਨਹੀਂ ਸੀ, ਸਗੋਂ ਉਹਨਾਂ ਨੇ ਇਹ ਸਿਲੇਬਸ ਤੈਅ ਕਰ ਲਿਆ ਸੀ ਕਿ ਇੰਨਾ ਕੁ ਪੜ੍ਹਨਾ, ਇੰਨਾ ਕੁ ਛੱਡਣਾ। ਹੁਣ ਪਿਤਾ ਦੀ ਦੇਖੋ ਤੁਸੀਂ ਰੁਚੀ ਕੀ ਸੀ। ਪਿਤਾ ਨੇ ਦੇਵਨਾਗਰੀ ਸਿੱਖਣ ਲਈ ਭੇਜੇ, ਫਾਰਸੀ ਸਿੱਖਣ ਲਈ ਭੇਜੇ, ਕਿਉਂਕਿ ਫਾਰਸੀ ਸਟੇਟ ਦੀ ਲੈਂਗੁਏਜ ਸੀ ਅਤੇ ਦੇਵਨਾਗਰੀ ਪ੍ਰਜਾ ਦੀ, ਲੋਕਾਂ ਦੀ। ਜਿਸ ਬੱਚੇ ਨੇ ਵੱਡਿਆਂ ਹੋ ਕੇ ਨੌਕਰੀ ਕਰਨੀ ਹੈ, ਉਹਦੇ ਵਾਸਤੇ ਇਹ 2 ਜ਼ਬਾਨਾਂ ਜ਼ਰੂਰੀ ਸਨ। ਹਾਕਮ ਦੀ ਅਤੇ ਪ੍ਰਜਾ ਦੀ ਦੋਵੇਂ ਲੈਂਗੁਏਜ ਆਉਣੀਆਂ ਚਾਹੀਦੀਆਂ ਨੇ। ਹੁਣ ਪਿਤਾ ਦੀ ਇਹ ਇੱਛਾ ਸੀ, ਪਿਤਾ ਦਾ ਇਹ ਸੁਪਨਾ ਸੀ ਕਿ ਮੈਂ ਸਫਲ ਪਿਤਾ ਹੋਊਂਗਾ ਜੇ ਪਟਵਾਰੀ ਲੱਗ ਜੂਗਾ ਜਵਾਨ ਹੋ ਕੇ। ਹਾਂਜੀ, ਪਿਤਾ ਦੀ ਵਿਜ਼ਨ ਇੱਥੋਂ ਤੱਕ ਸੀ। ਲੇਕਿਨ ਹੋਇਆ ਕੀ ਕਿ ਪਿਤਾ ਨੇ ਦੇਖਿਆ ਵੀ ਪੜ੍ਹਨ 'ਚ ਰੁਚੀ ਨਹੀਂ, ਚਲੋ ਫਿਰ ਆਪਾਂ ਪਸ਼ੂ ਚਾਰਨ ਲਾ ਦਿੰਦੇ ਹਾਂ। ਪਸ਼ੂਆਂ ਸੋਟੀ ਫੜਾਈ, ਪਸ਼ੂਆਂ ਪਿੱਛੇ ਲੱਗ ਗਏ। ਆਪਾਂ ਨੂੰ ਜਨਮ ਸਾਖੀਆਂ ਦੱਸਦੀਆਂ ਨੇ ਕਿ ਕਦੀ ਉਹ ਸੌਂ ਵੀ ਜਾਂਦੇ, ਪਸ਼ੂ ਚਾਰਦੇ, ਕਦੀ ਕਦਾਈ ਉਹ ਬੰਦਗੀ ਵੀ ਕਰਨ ਲੱਗਦੇ। ਪਸ਼ੂ ਗੁਆਂਢੀਆਂ ਦੇ ਖੇਤਾਂ ਜਾ ਵੜਦੇ। ਇਹਦੇ ਬਾਰੇ ਉਲਾਂਭੇ ਆਉਂਦੇ, ਆਪਾਂ ਨੂੰ ਪਤਾ ਇਸ ਗੱਲ ਦਾ, ਉਲਾਂਭਿਆਂ ਦਾ ਵੀ ਆਪਾਂ ਨੂੰ ਪਤਾ। ਰਾਏ ਬੁਲਾਰ ਸਾਹਿਬ ਕੋਲ ਸ਼ਿਕਾਇਤਾਂ ਲੱਗਦੀਆਂ। ਹਾਂਜੀ, ਤਾਂ ਪਿਤਾ ਨੇ ਇਹ ਦੇਖਿਆ ਵੀ ਇਹ ਕੀ ਕਰੀਏ ਇਸ ਬੱਚੇ ਦਾ, ਨਾ ਪੜ੍ਹਨ 'ਚ ਰੁਚੀ, ਨਾ ਪਸ਼ੂ ਚਾਰਨ 'ਚ। ਉਹ ਫਿਰ ਸੋਚੇ ਵੀ ਚਲੋ ਹੱਟੀ ਖਲਵਾ ਦਿੰਦੇ। 20 ਰੁਪਏ ਦਿੱਤੇ,
20 ਰੁਪਈਆਂ ਦਾ ਜੋ ਕੀਤਾ ਆਪਾਂ ਨੂੰ ਪਤਾ ਹੈ, ਆਪਾਂ ਸਾਖੀ ਕਾਹਨੂੰ ਸੁਣਾਣੀ ਹੈ। ਉਹ ਹੂੰ ਪਿਤਾ ਨੇ ਘਰ ਆ ਕੇ ਪਿਤਾ ਨੂੰ ਖਬਰ ਮਿਲੀ ਕਿ 20 ਰੁਪਈਆਂ ਦਾ ਨੁਕਸਾਨ ਕਰ ਦਿੱਤਾ। ਇਹ ਵੀ ਦੱਸ ਦਈਏ ਆਪਾਂ ਆਪਣੇ ਦਰਸ਼ਕਾਂ ਨੂੰ ਕਿ ਪਿਤਾ ਨੂੰ ਆਪਣੇ ਬੇਟੇ ਦੇ ਗੈਰ ਜ਼ਿੰਮੇਵਾਰਾਨਾ ਸੁਭਾਅ ਦੀ ਜਾਣਕਾਰੀ ਸੀ, ਇਸ ਲਈ ਭਾਈ ਬਾਲਾ ਜੀ ਨਾਲ ਭੇਜੇ ਸਨ। ਭਾਈ ਬਾਲਾ ਜੀ ਮਹਾਰਾਜ ਤੋਂ 4 ਸਾਲ ਵੱਡੇ ਸਨ। ਭਾਈ ਬਾਲਾ ਜੀ ਜ਼ਿੰਮੇਵਾਰ ਸਨ, ਪਿੰਡ ਦੇ ਵਿੱਚ ਜਾਣਿਆ ਜਾਂਦਾ ਸੀ। ਸਭ ਤੋਂ ਪਹਿਲਾਂ ਝਿੜਕਾਂ ਪਿਤਾ ਜੀ ਨੇ ਭਾਈ ਬਾਲਾ ਜੀ ਨੂੰ ਦਿੱਤੀਆਂ, ਤੂੰ ਸਾਨੂੰ ਕਿਸ ਲਈ ਨਾਲ ਭੇਜਿਆ ਸੀ? ਭਾਈ ਬਾਲਾ ਜੀ ਨੇ ਕਿਹਾ ਜੀ ਅਸੀਂ ਤਾਂ ਬਹੁਤ ਮਨਾ ਕੀਤਾ ਸੀ, ਪਰ ਜਦੋਂ ਸਾਡੀ ਗੱਲ ਨਾ ਮੰਨਣ ਫਿਰ ਅਸੀਂ ਕੀ ਕਰੀਏ। ਫਿਰ ਪਿਤਾ ਨੇ ਪੁੱਛਿਆ ਨਾਨਕ ਹੈ ਕਿੱਥੇ ਇਸ ਵੇਲੇ? ਜੀ ਪਿੰਡ ਦੇ ਬਾਹਰ ਤਲਾਬ ਦੇ ਕਿਨਾਰੇ ਰੱਬ ਦਾ ਨਾਮ ਲੈ ਰਿਹਾ ਹੈ। ਗੁੱਸੇ ਨਾਲ ਪਿਤਾ ਘਰੋਂ ਬਾਹਰ ਨਿਕਲਿਆ, ਬੇਟਾ ਬੈਠਾ। ਬਾਬੇ ਜਦੋਂ ਦੇਖਿਆ ਕਿ ਪਿਤਾ ਆ ਰਿਹਾ ਹੈ, ਅਦਬ ਨਾਲ ਖਲੋਏ ਗਿਆ। ਪਿਤਾ ਨੇ ਪੁੱਛਿਆ ਕੀ ਕੀਤਾ ਉਸ 20 ਰੁਪਈਆਂ ਦਾ? ਬਾਬੇ ਆਖਿਆ ਜੀ ਖਰਾ ਸੌਦਾ ਕਰਨ ਦਾ ਹੁਕਮ ਸੀ ਨਾ, ਖਰਾ ਸੌਦਾ ਕਰਾਇਆ। ਭੁੱਖੇ ਸਾਧੂਆਂ ਨੂੰ ਭੋਜਨ ਕਰਾ ਦਿੱਤਾ। ਸੱਜੇ ਹੱਥ ਨਾਲ ਖੱਬੀ ਗੱਲ ਉੱਤੇ, ਖੱਬੇ ਹੱਥ ਨਾਲ ਸੱਜੀ ਗੱਲ ਉੱਤੇ 2 ਥੱਪੜ ਰਸੀਦ ਕੀਤੇ। ਹੰਝੂਆਂ ਦੀਆਂ ਕੁਝ ਬੂੰਦਾਂ ਜ਼ਮੀਨ ਤੇ ਡਿੱਗੀਆਂ ਛੱਪੜ ਕਿਨਾਰੇ। ਬੇਬੇ ਨਾਨਕੀ ਨਾਲ ਗਈ ਸੀ। ਤੇਜ਼ ਕਦਮੀ ਨਾਨਕੀ ਆਪਣੇ ਗੁਸੈਲੇ ਪਿਤਾ ਦੇ ਪਿੱਛੇ ਪਿੱਛੇ ਨਿਕਲੀ। ਪਿਤਾ ਦਾ ਹੱਥ ਫੜ ਕੇ ਨਾਨਕੀ ਨੇ ਕਿਹਾ ਪਿਤਾ ਜੀ ਘਰ ਚੱਲੀਏ। ਹੁਣ ਇਹ ਵਾਕ ਹੈ ਜਿਹੜਾ ਨਾ ਘਰ ਚੱਲੀਏ, ਇਹ ਆਮ ਵਾਕ ਨਹੀਂ ਹੈ। ਸਾਰੇ ਧਰਮ ਗ੍ਰੰਥਾਂ 'ਚ ਸਾਰੇ ਦਾਰਸ਼ਨਿਕਾਂ ਨੇ ਆਪਾਂ ਨੂੰ ਇਹ ਦੱਸਿਆ ਹੈ ਕਿ ਇਹ ਧਰਤੀ ਸਾਡਾ ਘਰ ਨਹੀਂ ਹੈ, ਇਹ ਸਰਾਂ ਹੈ। ਘਰ ਸਾਡਾ ਕਿਤੇ ਹੋਰ ਹੈ। ਮਾਪਿਆਂ ਨੂੰ ਨਹੀਂ ਪਤਾ ਲੱਗਿਆ ਸੀ ਵੀ ਘਰ ਕਿਤੇ ਹੋਰ ਹੈ। ਬੇਬੇ ਨਾਨਕੀ ਜੀ ਨੂੰ ਪਤਾ ਹੈ, ਬਾਬੇ ਨੂੰ ਪਤਾ ਹੈ। ਰਾਏ ਬੁਲਾਰ ਖਾਨ ਸਾਹਿਬ ਰਈਸ ਸਨ, 1500 ਮੁਰੱਬੇ ਜ਼ਮੀਨ ਦੇ ਮਾਲਕ। ਸ਼ਨਾਖਤ ਬੱਚੇ ਦੇ ਅੰਦਰਲੀ ਰੂਹਾਨੀਅਤ ਦੀ ਸਭ ਤੋਂ ਪਹਿਲਾਂ ਰਾਏ ਬੁਲਾਰ ਖਾਨ ਸਾਹਿਬ ਨੇ ਕੀਤੀ। ਰਾਏ ਸਾਹਿਬ ਨੂੰ ਪਤਾ ਲੱਗਿਆ ਇਸ ਘਟਨਾ ਦਾ। ਨੌਕਰ ਭੇਜਿਆ, ਮਹਿਤਾ ਕਲਿਆਣ ਰਾਏ ਨੂੰ ਸੱਦ ਕੇ ਲਿਆਓ ਹਵੇਲੀ। ਨੌਕਰ ਗਿਆ, ਪਿਤਾ ਨੂੰ ਪਤਾ ਸੀ ਝਿੜਕਣਗੇ, ਕਹਿ ਤਾ ਘਰ ਨਹੀਂ। ਨੌਕਰ ਆ ਗਿਆ, ਜੀ ਘਰ ਨਹੀਂ ਹਨ। ਰਾਏ ਕਹਿਆ ਕਿੱਡਾ ਕੁ ਪਿੰਡ ਹੈ ਤਲਵੰਡੀ? 2 ਨਫਰ ਭੇਜੇ, ਜਿੱਥੇ ਵੀ ਹਨ ਬੁਲਾ ਕੇ ਲਿਆਓ, ਅਰ ਨਾਨਕ ਜੀ ਨੂੰ ਨਾਲ ਲੈ ਕੇ ਆਵਣਾ। ਪਿਓ ਪੁੱਤ ਹਵੇਲੀ ਪੇਸ਼ ਹੋਏ। ਛਾਤੀ ਨਾਲ ਆਇਆ ਮਹਾਰਾਜ ਨੂੰ। ਪਹਿਲਾ ਵਾਕ, ਮਹਿਤਾ ਤੂੰ ਸਾਨੂੰ ਸਖਤ ਤਾੜਨਾ ਕੀਤੀ ਸੀ, ਇਸ ਬੱਚੇ ਨਾਲ ਗੱਲ ਕਰਨ ਲੱਗਿਆ ਉੱਚਾ ਬੋਲ ਨਹੀਂ ਬੋਲਣਾ। ਅੱਜ ਤਾਂ ਤੁਸੀਂ ਜ਼ਿਆਦਤੀ ਕੀਤੀ ਹੈ। ਪਿਤਾ ਨੇ ਕਿਹਾ ਜੀ ਪੜ੍ਹਨ ਭੇਜਿਆ ਸੀ, ਪੜ੍ਹਦਾ ਨਹੀਂ। ਪਸ਼ੂ ਚਾਰਨ ਭੇਜਿਆ, ਪਸ਼ੂਆਂ ਵਿੱਚ ਧਿਆਨ ਨਹੀਂ। ਸੋਚਿਆ ਕਿਸੇ ਕੰਮ ਦਾ ਨਹੀਂ, ਚਲੋ ਹੱਟੀ ਖੁਲਵਾ ਦਿੰਦੇ ਹਾਂ। 20 ਰੁਪਈਏ ਉਜਾੜ ਆਇਆ। ਰਾਏ ਨੇ ਨੌਕਰ ਨੂੰ ਕਿਹਾ ਅੰਦਰ ਜਾਓ, ਬੇਗਮ ਸਾਹਿਬਾ ਪਾਸੋਂ 20 ਰੁਪਈਏ ਲੈ ਕੇ ਆਓ। ਨੌਕਰ 20 ਰੁਪਈਏ ਲੈ ਆਇਆ। ਲਓ ਮਹਿਤਾ ਜੀ ਤੁਸਾਂ ਦਾ ਘਾਟਾ ਪੂਰਾ ਕਰਦੇ ਹਾਂ। ਪਿਤਾ ਨੇ ਕਿਹਾ ਰਾਏ ਜੀ ਪੈਸਿਆਂ ਦੀ ਕੋਈ ਗੱਲ ਨਹੀਂ, ਪੈਸੇ ਤੁਸਾਂ ਦੇ ਹੋਏ ਕਿ ਅਸਾਂ ਦੇ, ਕਿਉਂਕਿ ਅਸੀਂ ਤੁਸਾਂ ਦੇ ਹਾਂ, ਤੁਸੀਂ ਅਸਾਂ ਦੇ ਹੋ। ਪੈਸਿਆਂ ਦੀ ਕੋਈ ਗੱਲ ਨਹੀਂ। ਰਾਏ ਨੇ ਕਿਹਾ ਜੇ ਪੈਸਿਆਂ ਦੀ ਕੋਈ ਗੱਲ ਨਹੀਂ ਫਿਰ ਜ਼ੁਲਮ ਕਾਸ ਲਈ ਕੀਤਾ ਸਾਈ ਫਰਿਸ਼ਤੇ ਉੱਪਰ? ਫਰਿਸ਼ਤਾ ਲਫ਼ਜ਼ ਯੂਜ਼ ਕੀਤਾ ਉੱਥੇ। ਜੇ ਪੈਸਿਆਂ ਦੀ ਕੋਈ ਗੱਲ ਨਹੀਂ ਫਿਰ ਜ਼ੁਲਮ ਕਾਸ ਲਈ ਕੀਤਾ ਸਾਈ ਅੱਜ ਫਰਿਸ਼ਤੇ ਉੱਪਰ? ਪਿਤਾ ਨੇ ਕਿਹਾ ਜੀ ਪਿਤਾ ਹੋਣ ਦੇ ਨਾਤੇ ਆਪਣੀ ਔਲਾਦ ਨੂੰ ਜ਼ਿੰਮੇਵਾਰੀ ਸਿਖਾਉਣ ਦਾ ਮੈਨੂੰ ਕੋਈ ਹੱਕ ਨਹੀਂ। ਅੱਜ 20 ਰੁਪਈਆਂ ਦਾ ਨੁਕਸਾਨ ਕਰਾਇਆ, ਕੱਲ੍ਹ ਨੂੰ ਵੱਡਾ ਨੁਕਸਾਨ ਕਰੇਗਾ। ਰਾਏ ਨੇ ਕਿਹਾ ਜੋ ਤੁਸਾਂ ਨੂੰ ਦਿਸਦਾ ਨਹੀਂ ਅਰ ਸਾਨੂੰ ਸਾਫ਼ ਨਜ਼ਰ ਆਉਂਦਾ ਹੈ, ਕੁੱਲ ਦੁਨੀਆ ਦੀ ਦੌਲਤ ਦਾ ਦਰਿਆ ਇਸ ਬੱਚੇ ਦੇ ਹੱਥਾਂ ਥਾਣੀ ਵਗਦਾ ਆਉਂਦਾ ਸਾਫ਼ ਦਿਖਾਈ ਦਿੰਦਾ। ਅਗਲਾ ਵਾਕ, ਮਹਿਤਾ ਤੁਸੀਂ ਇਸ ਨੂੰ ਪੁੱਤਰ ਕਰਕੇ ਜਾਣਦੇ ਹੋ, ਅਸੀਂ ਜਾਣਦੇ ਹਾਂ ਕਿ ਖੁਦਾਬੰਦ ਕਰੀਮ ਇਸ ਰਾਹੀਂ ਅਸਾਂ ਨਾਲ ਗੱਲਾਂ ਕਰਨ ਲਈ ਧਰਤੀ ਉੱਤੇ ਉਤਰਿਆ ਹੈ। ਮਹਿਤਾ ਹੋਸ਼ ਕਰ, ਮੇਰੀ ਤਲਵੰਡੀ ਇਸੇ ਸਦਕਾ ਵਸਦੀ ਹੈ। ਇਹ ਬੋਲ ਨੇ ਜੀ ਰਾਏ ਬੁਲਾਰ ਖਾਨ ਸਾਹਿਬ ਦੇ। ਤੋ ਪਿਤਾ ਨੇ ਇਹ ਤਾਲੀਮ ਹਾਸਲ ਕੀਤੀ। ਫਿਰ ਆਪਾਂ ਨੂੰ ਪਤਾ ਇਸ ਗੱਲ ਦਾ, ਸੁਲਤਾਨਪੁਰ ਨੌਕਰੀ ਕੀਤੀ। ਇਹ ਤਾਂ ਆਪਾਂ ਨੂੰ ਪਤਾ ਹੈ ਮੋਦੀ ਖਾਨੇ ਦੀ ਜ਼ਿੰਮੇਵਾਰੀ ਸੰਭਾਲੀ। ਲੇਕਿਨ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਦੌਲਤ ਖਾਨ ਨੇ ਇੰਟਰਵਿਊ ਲਈ ਸੀ। ਰਾਏ ਬੁਲਾਰ ਖਾਨ ਸਾਹਿਬ ਨੇ ਖੱਤ ਭੇਜਿਆ ਕਿ ਜ਼ਹੀਨ ਬੱਚੇ ਨੂੰ, ਬਹੁਤ ਤੇਜ਼ ਦਿਮਾਗ ਬੱਚੇ ਨੂੰ ਤੁਹਾਡੇ ਕੋਲ ਭੇਜ ਰਿਹਾ। ਨੌਕਰੀ ਦੇਣੀ ਤਾਂ ਹੈ ਹੀ ਹੈ, ਲੇਕਿਨ ਇੱਜ਼ਤ ਨਾਲ ਇੱਜ਼ਤਦਾਰ ਨੌਕਰੀ ਦੇਣੀ।